ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਪਿਛਲੇ ਹਫਤੇ ਅਸੀਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਐਸਟ੍ਰੋਨੋਮੀ ਕੀ ਹੁੰਦੀ ਹੈ, ਐਸਟ੍ਰੋਲੋਜੀ ਕੀ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੇ ਇਹ ਨਗਾਂ ਦੀ ਗੱਲਬਾਤ ਕੀਤੀ ਗਈ ਕਿ ਅੱਜ ਨਗ ਪਾ ਕੇ ਲੋਕ ਸਮਝਦੇ ਨੇ ਕਿ ਉਹਨਾਂ ਦੀ ਕਿਸਮਤ ਬਦਲ ਸਕਦੀ ਹੈ, ਲੇਕਿਨ ਸਿੱਖੀ ਸਿਧਾਂਤ ਅਨੁਸਾਰ ਇਹ ਠੀਕ ਨਹੀਂ ਹੈ। ਆਓ ਅੱਜ ਉਸੇ ਸਫ਼ਰ ਵਿੱਚ ਤੁਹਾਨੂੰ ਮੁੜ ਤੋਂ ਜੋੜਦੇ ਹਾਂ ਕਿ ਹਸਤ ਰੇਖਾ ਜਾਂ ਉਸ ਤੋਂ ਇਲਾਵਾ ਕੋਈ ਦਿਸ਼ਾ ਨੂੰ ਸਮਝਣਾ ਕਿ ਸਹੀ ਹੈ ਜਾਂ ਕੋਈ ਦਿਨ ਜੋ ਹੈ ਉਸ ਦੀ ਖਾਸ ਮਹੱਤਤਾ ਹੈ, ਕਿ ਇਸ ਦੀ ਕੋਈ ਸਥਾਨ ਹੈ ਸਿੱਖੀ ਦੇ ਵਿੱਚ। ਇਸ ਦੇ ਬਾਰੇ ਗੱਲਬਾਤ ਕਰਨਗੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਹੱਥਾਂ ਦੇ ਉੱਤੇ ਜਿਹੜੀਆਂ ਰੇਖਾਵਾਂ ਸਾਡੀਆਂ ਹੈਗੀਆਂ ਨੇ, ਇਹ ਤਾਂ ਦੱਸਦੀਆਂ ਹੈਗੀਆਂ ਨੇ ਕਿ ਜੀ ਅਸੀਂ ਕਿਸ ਮੁਕਾਮ ਤੱਕ ਪਹੁੰਚਣਾ ਹੈ, ਕੀ ਕਰਨਾ ਹੈ, ਕਿ ਇਹਦੇ 'ਚ ਕੋਈ ਦਮ ਹੈਗਾ ਕਿ ਇਹ ਵੀ ਕੋਈ ਬਨਾਵਟੀ, ਜਿਸ ਤਰ੍ਹਾਂ ਤੁਸੀਂ ਜੋਤਿਸ਼ ਦੇ ਬਾਰੇ ਦੱਸਿਆ ਸੀ ਪਿਛਲੇ ਹਫਤੇ ਕਿ ਕਾਲਪਨਿਕ ਤੌਰ ਦੇ ਉੱਤੇ ਕਈ ਐਸੇ ਪਲੈਨਟਸ ਜਿਹੜੇ ਨੇ ਗ੍ਰਹਿ ਉਹ ਕਾਇਮ ਕਰ ਦਿੱਤੇ ਗਏ ਅਤੇ ਲੋਕਾਂ ਨੂੰ ਜੋ ਹੈ ਉਸ ਦੇ ਵਿੱਚ ਇੱਕ ਅੰਧ ਵਿਸ਼ਵਾਸ ਵਿੱਚ ਪਾ ਦਿੱਤਾ ਗਿਆ। ਸਰ ਹਰਪ੍ਰੀਤ ਸਿੰਘ ਜੀ, ਜਦੋਂ ਅਸੀਂ ਹਸਤ ਰੇਖਾ ਬਾਰੇ ਗੱਲ ਕਰਦੇ ਹਾਂ, ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਿਹੜੇ ਸਨ ਅਨਪੜ੍ਹ ਸਨ ਜੀ, ਉਹਨਾਂ ਲਈ ਕਾਲਾ ਅਕਸ਼ਰ ਫੈਂਸ ਬਰਾਬਰ ਜੀ, ਪਰ ਉਹਨਾਂ ਨੂੰ ਇਹ ਅੱਖਰ ਹੀ ਨਜ਼ਰ ਆਉਂਦੇ ਸੀ, ਜਾਂ ਕੁਝ ਚਲਾਕ ਪੜ੍ਹੇ ਲਿਖੇ ਲੋਕਾਂ ਨੇ ਉਹਨਾਂ ਨੂੰ ਇਹ ਸਮਝਾ ਦਿੱਤਾ ਵੀ ਇਹ ਵੀ ਅੱਖਰ ਲਿਖੇ ਹੋਏ ਨੇ ਜੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ, ਅੱਖਰਾਂ ਦੀ ਪਛਾਣ ਨਹੀਂ ਸੀਗੀ। ਉਹਨਾਂ ਨੇ ਕਹਿ ਦਿੱਤਾ ਤੁਹਾਡੇ ਹੱਥ ਦੇ ਉੱਪਰ ਕੁਝ ਗੱਲਾਂ ਲਿਖੀਆਂ ਹੋਈਆਂ ਨੇ, ਖਾਸ ਤੌਰ ਤੇ 6 ਜਾਂ 7 ਗੱਲਾਂ ਜੀ। ਤੁਹਾਡੇ ਹੱਥ ਤੋਂ ਪਤਾ ਲੱਗਦਾ ਹੈਗਾ ਤੁਹਾਡੀ ਉਮਰ ਕਿੰਨੀ ਹੋਏਗੀ, ਤੁਹਾਡੇ ਹੱਥ ਤੋਂ ਪਤਾ ਲੱਗੇਗਾ ਤੁਹਾਡਾ ਕਿੱਤਾ ਕੀ ਹੈ, ਤੁਹਾਡਾ ਵਿਆਹ ਇੱਕ ਹੈ ਕਿੰਨੇ ਨੇ, ਜਾਂ ਹੱਥ ਰੇਖਾ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਸਿਹਤ ਕਿੱਦਾਂ ਦੀ ਹੈ, ਹੱਥ ਰੇਖਾ ਤੋਂ ਤੁਹਾਨੂੰ ਪਤਾ ਲੱਗੇਗਾ ਤੁਹਾਡੇ ਧੀਆਂ ਪੁੱਤਰ, ਤੁਹਾਡੀ ਪੜ੍ਹਾਈ, ਤੁਹਾਡੀ ਦੌਲਤ ਜੀ, ਇਹ ਚੀਜ਼ਾਂ। ਹੁਣ ਅਸੀਂ ਜਦੋਂ ਦੇਖਦੇ ਹਾਂ ਸਾਡੇ ਹੱਥਾਂ ਉੱਪਰ ਹੀ ਨਿਸ਼ਾਨ ਨੇ, ਹੱਥ ਦੇ ਪਿਛਲੇ ਪਾਸੇ ਸਾਡੇ ਲਾਈਨਾਂ ਨਹੀਂ ਹੈਗੀਆਂ ਜੀ, ਬਿਲਕੁਲ ਅੱਗੇ ਹੀ ਹੈਗੀਆਂ ਜੀ। ਹਾਂ ਰਾਈਟ, ਉਹਦਾ ਕਾਰਨ ਪਿੱਛੇ ਸਾਡਾ ਹੱਥ ਨਹੀਂ ਮੁੜਦਾ ਹੈਗਾ, ਠੀਕ, ਸਾਡਾ ਹੱਥ ਅੱਗੇ ਨੂੰ ਹੀ ਮੁੜਦਾ ਹੈ। ਅੱਗੇ ਨੂੰ ਮੁੜਨ ਕਰਕੇ ਸਾਡੀ ਚਮੜੀ ਦੇ ਉੱਪਰ ਵੱਟ ਪੈ ਗਏ। ਰਾਈਟ, ਜਿਨ੍ਹਾਂ ਨੇ ਜੀਵ ਵਿਕਾਸ ਪੜ੍ਹਿਆ ਉਹਨਾਂ ਨੂੰ ਪਤਾ ਹੈ ਕਿ ਇੱਕ ਕੋਸ਼ਕਾ, ਇੱਕ ਟਿਸ਼ੂ ਸੈੱਲ ਵਾਲੇ ਜੀਵ ਅਮੀਬਾ ਤੋਂ ਲੈ ਕੇ ਮਨੁੱਖ ਤੱਕ ਪਹੁੰਚਣ ਵਾਸਤੇ 300 ਕਰੋੜ ਸਾਲ ਲੱਗੇ ਨੇ। 300 ਕਰੋੜ ਸਾਲਾਂ ਦੇ ਵਿੱਚ ਜੀਵ ਦੇ ਜਿਹੜੇ ਅੰਗਾਂ ਦੀ ਬਣਤਰ ਹੈ ਉਹ ਨਿਰਮਿਤ ਹੋਈ, ਜਿਹਦੇ ਵਿੱਚ ਹੱਥਾਂ ਦੀਆਂ ਰੇਖਾਵਾਂ, ਪੈਰ ਕਿਉਂਕਿ ਘੱਟ ਮੁੜਦੇ ਨੇ ਉਹਦੀਆਂ ਰੇਖਾਵਾਂ ਘੱਟ ਨੇ ਜੀ। ਔਰ ਮਾਤਾ ਦੇ ਪੇਟ ਵਿੱਚ 280 ਦਿਨ ਬੱਚਾ ਜਿਹੜਾ ਮੁੱਠੀਆਂ ਬੰਦ ਕਰਕੇ ਰੱਖਦਾ ਹੈ, ਜਿਹਦੇ ਵਿੱਚੋਂ ਤੀਜੇ, ਚੌਥੇ ਤੇ 5ਵੇਂ ਮਹੀਨੇ ਦੇ ਵਿੱਚ ਉਹਦੇ ਅੰਗਾਂ ਦਾ ਵਿਕਾਸ ਹੁੰਦਾ ਹੈ ਜੀ। ਇੱਕ ਤੇ ਮੁੱਠੀਆਂ ਬੰਦ ਕਰਕੇ 280 ਦਿਨਾਂ ਦਾ ਉਹਦਾ ਮੁੱਠੀਆਂ ਬੰਦ ਕਰਨ ਕਰਕੇ ਵੱਟਾਂ ਪਈਆਂ ਹੋਈਆਂ ਨੇ, ਠੀਕ। ਦੂਜਾ, ਜੀਵ ਵਿਕਾਸ ਦੇ ਕਰਕੇ ਉਹਦੀ ਚਮੜੀ ਦੇ ਸੈੱਲ ਉਸ ਤਰ੍ਹਾਂ ਦੇ ਨਿਰਮਿਤ ਹੋ ਗਏ। ਤੁਸੀਂ ਕਦੀ ਦੇਖੋਗੇ ਕਿ ਜਿਹੜੇ ਹਲ ਵਾਹਣ ਵਾਲੇ ਨੇ ਜਾਂ ਜਿਹੜੇ ਹਥੌੜਾ ਚਲਾਉਣ ਵਾਲੇ ਨੇ, ਸਾਰੀ ਜ਼ਿੰਦਗੀ ਹਥੌੜਾ ਚਲਾ ਉਹਨਾਂ ਦੀਆਂ ਰੇਖਾਵਾਂ ਮਿਟ ਜਾਂਦੀਆਂ ਨੇ, ਭਾਵ ਉਹਨਾਂ ਦੀ ਚਮੜੀ ਇੱਥੋਂ ਪ੍ਰੈਸ ਹੋ ਜਾਂਦੀ ਹੈ, ਰਾਈਟ, ਲਕੀਰਾਂ ਮਿਟ ਜਾਂਦੀਆਂ ਨੇ। ਇਹਨਾਂ ਲਕੀਰਾਂ ਦਾ ਕਿਸੇ ਜੋਤਿਸ਼ ਜਾਂ ਕਿਸੇ ਭਵਿੱਖ ਦੇ ਨਾਲ, ਕਿਸੇ ਜੀਵਨ ਨਾਲ ਕੋਈ ਸੰਬੰਧ ਨਹੀਂ। ਮੈਂ ਇਹਨਾਂ ਹਸਤ ਰੇਖਾ ਵਾਲਿਆਂ ਨੂੰ ਚੈਲੰਜ ਕਰਦਾ ਹੁੰਦਾ ਵਾਂ ਜੀ, ਔਰ ਬਹੁਤ ਵਾਰੀ ਇੰਗਲੈਂਡ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਤੇ ਅਮਰੀਕਾ ਦੇ ਜੋਤਸ਼ੀਆਂ ਨੂੰ ਵੀ, ਹਸਤ ਰੇਖਾ ਵਾਲਿਆਂ ਨੂੰ ਚੈਲੰਜ ਕੀਤਾ ਜੀ ਕਿ ਮੈਂ 10 ਵਿਅਕਤੀ ਲੈ ਕੇ ਆਵਾਂਗਾ, ਉਹਨਾਂ 10 ਨੇ ਬੁਰਕੇ ਪਾਏ ਹੋਣਗੇ ਜੀ, ਸਿਰਫ ਇੱਕ ਹੱਥ ਬਾਹਰ ਨੰਗਾ ਹੋਏਗਾ, ਠੀਕ, ਤੇ ਤੁਸੀਂ ਸਾਰੇ ਹਸਤ ਰੇਖਾ ਵਾਲੇ ਜਿੰਨੇ ਵੀ ਜੋਤਸ਼ੀ ਇਕੱਠੇ ਹੋ ਕੇ ਉਹਨਾਂ 10 ਵਿਅਕਤੀਆਂ ਨੂੰ ਇਹ ਦੱਸਣਾ ਹੈ ਕਿ ਜਿਨ੍ਹਾਂ ਦਾ ਹੱਥ ਨੰਗਾ ਹੈ ਵੀ ਉਹਨਾਂ ਚੋਂ ਕਿੰਨੇ ਆਦਮੀ ਨੇ, ਕਿੰਨੀਆਂ ਔਰਤਾਂ ਨੇ ਤੇ ਕਿੰਨੇ ਖੁਸਰੇ ਨੇ ਜੀ। ਦੂਜਾ, ਹੱਥ ਦੇ ਕੇ ਦੱਸਣਾ ਹੈ ਉਹਨਾਂ ਦੀ ਸਹੀ ਉਮਰ ਕੀ ਹੈ ਸਾਰਿਆਂ ਦੀ ਜੀ। ਤੀਜਾ, ਹੱਥ ਦੇ ਕੇ ਦੱਸਣਾ ਹੈਗਾ ਉਹਨਾਂ ਨੇ ਕਿੰਨੀ ਪੜ੍ਹਾਈ ਕੀਤੀ ਹੈਗੀ ਹੈ ਹੁਣ ਤੱਕ, ਕਿੰਨੀ ਪੜ੍ਹਾਈ ਕਰ ਚੁੱਕੇ ਨੇ ਜਾਂ ਕਿੰਨੀ ਪੜ੍ਹਾਈ ਹੈ ਜੀ। ਚੌਥਾ, ਇਹ ਦੱਸਣਾ ਹੈ ਉਹਨਾਂ ਚੋਂ ਕਿੰਨੇ ਵਿਆਹੇ ਨੇ, ਕਿੰਨੇ ਕੁਆਰੇ ਨੇ, ਕਿੰਨੇ ਰੰਡੇ ਨੇ ਜਾਂ ਕਿੰਨੀਆਂ ਵਿਧਵਾ ਨੇ। ਇਹ ਵੀ ਦੱਸਣਾ ਵੀ ਕਿਹਦੇ ਕਿੰਨੇ ਵਿਆਹ ਹੋਏ ਨੇ ਤੇ ਕਿੰਨੇ ਵਿਆਹ ਨਹੀਂ ਹੋਏ ਜੀ, ਕਿਉਂਕਿ ਵਿਆਹ ਵੀ ਉਹ ਦੱਸਦੇ ਨੇ। ਪੰਜਵਾਂ, ਇਹ ਦੱਸਣਾ ਹੈ ਉਹਨਾਂ ਦੀ ਔਲਾਦ ਕਿੰਨੀ ਹੈ, ਕਿੰਨੇ ਪੁੱਤਰ ਨੇ, ਕਿੰਨੀਆਂ ਧੀਆਂ ਨੇ, ਕਿੰਨੇ ਖੁਸਰੇ ਪੈਦਾ ਹੋਏ, ਕਿੰਨੇ ਜਿਉਂਦੇ ਨੇ ਤੇ ਕਿੰਨੇ ਮਰੇ ਨੇ ਜੀ। ਫਿਰ ਉਹਨਾਂ ਦਾ ਕਿੱਤਾ ਦੱਸਣਾ ਹੈ, ਇਹ ਕਿਹੜੇ ਕੰਮ ਕਾਰੋਬਾਰ ਕਰਦੇ ਨੇ। ਫਿਰ ਇਹ ਦੱਸਣਾ ਹੈਗਾ ਉਹਨਾਂ ਦੀ ਸਿਹਤ। ਫਿਰ ਇਹ ਦੱਸਣਾ ਉਹਨਾਂ ਦੀ ਦੌਲਤ ਕਿੰਨੀ ਹੈ, ਉਹਨਾਂ ਕੋਲ ਕਿੰਨੇ ਪੈਸੇ ਨੇ ਜੀ। ਤੇ ਇਹਦੇ ਵਿੱਚੋਂ 10% ਗਲਤੀ ਦੀ ਮਾਫੀ ਵੀ ਹੋਏਗੀ, ਠੀਕ ਹੈ। ਔਰ ਕਿੰਨੇ ਸਾਲ ਹੋ ਗਏ ਮੈਨੂੰ ਚੈਲੰਜ ਕਰਦਿਆਂ ਨੂੰ, ਇੱਕ ਵੀ ਮੇਰੇ ਸਾਹਮਣੇ ਅੱਜ ਤੱਕ ਨਹੀਂ ਆਇਆ ਹੈਗਾ, ਰਾਈਟ। ਸੋ ਇਹ ਵੀ ਇੱਕ ਮਨੋਕਲਪਨਿਕ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਚੀਜ਼ ਨੂੰ ਪ੍ਰਚਲਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਅਗਲੇ ਪਾਸੇ ਚੱਲਾਂ ਮੈਨੂੰ ਫਿਰ ਯਾਦ ਆ ਗਿਆ ਕਿ ਪਿਛਲੇ ਹਫਤੇ ਅਸੀਂ ਗੱਲਬਾਤ ਕੀਤੀ ਸੀ ਜਿਹੜੀ ਨਗਾਂ ਦੀ, ਉਹਦੇ ਵਿੱਚ ਜੋ ਕੁਝ ਸਾਡੇ ਸਿੱਖਾਂ ਦੇ ਵਿੱਚ ਵੀ ਚੱਲ ਰਿਹਾ ਹੈਗਾ ਕਿ ਅਸੀਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਪੈ ਗਏ। ਅਸੀਂ ਵੀ ਇੱਕ ਪਾਸੇ ਗਾਤਰਾ ਵੀ ਪਾਇਆ ਹੋਇਆ ਪਰ ਨਾਲ ਅੰਗੂਠੀ ਵੀ ਪਾਈ ਹੋਈ ਹੈ। ਇਹ ਕੀ ਕਾਰਨ ਹੋ ਗਿਆ? ਕਿਉਂ ਇਹ ਡਬਲ ਸਟੈਂਡਰਡ ਹੋ ਗਿਆ? ਜਾਂ ਪਤਾ ਨਹੀਂ, ਜਾਂ ਡਰ ਹੈਗਾ, ਜਾਂ ਕੀ ਕਾਰਨ ਕੀ ਹੈਗਾ? ਅਸਲ ਵਿੱਚ ਲੋਕਾਂ ਨੂੰ ਪਤਾ ਹੈ ਕਿ ਇਹ ਕੁਝ ਵੀ ਨਹੀਂ ਕਰਦੇ, ਪਰ ਜਦੋਂ ਕੋਈ ਆਦਮੀ ਕਹਿੰਦਾ ਨਾ ਹਰਜ ਕੀ ਹੈ ਜੀ,
ਜੇ ਪਾ ਲਿਆ ਹਰਜ ਕੀ ਹੈ, ਬਸ ਆ ਜਿਹੜਾ ਲਫ਼ਜ਼ ਹੈ ਨਾ ਹਰਜ ਕੀ ਹੈ, ਉਸ ਨਾਲ ਹੀ ਮਨ ਨੂੰ ਨਹੀਂ ਕੁਝ ਵੀ ਹੁੰਦਾ, ਪਾਣ ਚ ਹਰਜ ਕੀ ਹੈ, ਹੋ ਸਕਦਾ ਹੋਵੇ ਹੀ। ਇਹਦਾ ਕਾਰਨ ਹੈ ਅਸੀਂ ਕਨਫਿਊਜ਼ ਹੈਗੇ ਆ, ਦੁਬਿਧਾ ਦੇ ਵਿੱਚ ਹੈਗੇ ਆ, ਅਸੀਂ ਇੱਕ ਪਾਸੇ ਨਹੀਂ ਲੱਗੇ ਹੋਏ ਜੀ, ਅਸੀਂ ਕਨਫਿਊਜ਼ ਹੈਗੇ ਆ। ਅਸੀਂ ਰੋਜ਼ਮਰਾ ਦੀਆਂ ਉਦਾਹਰਨਾਂ ਜ਼ਿੰਦਗੀ 'ਚ ਦੇਖੀਏ, ਸਾਨੂੰ ਸਮਝ ਪੈਂਦੀ ਹੈ ਇੱਕ ਪੜ੍ਹਿਆ ਲਿਖਿਆ ਜਿਹੜਾ ਨੌਕਰੀ ਉਹਨੂੰ ਨਹੀਂ ਮਿਲ ਰਹੀ ਹਿੰਦੁਸਤਾਨ ਵਿੱਚ, ਇੱਕ ਜਿਹੜਾ ਜਿਹਦੇ ਕੋਲ ਪੂਰੀ ਕੁਆਲੀਫਿਕੇਸ਼ਨ ਨਹੀਂ ਸੀਗੀ ਉਹਨੂੰ ਨੌਕਰੀ ਮਿਲ ਗਈ, ਜਿਹਨੂੰ ਨਹੀਂ ਮਿਲੀ ਉਹ ਕਹਿੰਦਾ ਵੀ ਮੇਰੀ ਕਿਸਮਤ 'ਚ ਨਹੀਂ ਸੀਗਾ। ਹਾਲਾਂਕਿ ਜਦੋਂ ਦੇਖਿਆ ਜਾਂਦਾ ਹੈ ਕਿ ਜਿਹਦੀ ਘੱਟ ਕੁਆਲੀਫਿਕੇਸ਼ਨ ਹੈ ਉਹਨੇ ਜਾਂ ਚੈੱਕ ਦਿੱਤਾ ਜਾਂ ਉਹਨੇ ਜੈਕ ਲਾਇਆ, ਉਹ ਤਾਂ ਸਿਲੈਕਟ ਹੋਇਆ ਵਾ, ਉਹਦੇ ਵਿੱਚ ਪੜ੍ਹੇ ਲਿਖੇ ਦਾ ਦੋਸ਼ ਨਹੀਂ ਹੈ, ਪਰ ਉਹ ਮਨ ਵਿੱਚ ਸੋਚ ਲੈਂਦਾ, ਕਨਫਿਊਜ਼ ਹੋ ਜਾਂਦਾ ਹੈ ਵੀ ਸ਼ਾਇਦ ਮੇਰੀ ਕਿਸਮਤ ਮਾੜੀ ਹੋਏਗੀ, ਮੈਂ ਨਗ ਪਾ ਕੇ ਦੇਖਾਂ ਕੋਈ ਗੱਲ ਬਣ ਜਾਏਗੀ। ਰਾਈਟ। ਸੋ ਜਿਹੜੇ ਦਿਨ ਦਿਹਾੜੇ ਹੈਗੇ ਨੇ ਇਹਨਾਂ ਦੀ ਤੇ ਅਹਿਮੀਅਤ ਹੋਏਗੀ ਜੀ ਸਿੱਖੀ 'ਚ, ਕਿ ਇਹਦੇ 'ਚ ਵੀ ਨਹੀਂ ਹੈਗੀ? ਹਾਂ, ਜਦੋਂ ਜੋਤਿਸ਼ ਨੇ ਹੀ ਇਹ ਗੱਲਾਂ ਕਹੀਆਂ ਨੇ ਕਿ ਵੀਰਵਾਰ ਮਾੜਾ ਹੈ, ਸ਼ੁੱਕਰਵਾਰ ਚੰਗਾ ਹੈ, ਸ਼ਨੀਵਾਰ ਸਿਰ ਨਹੀਂ ਧੋਣਾ, ਐਤਵਾਰ ਸ਼ਾਪਿੰਗ ਨਹੀਂ ਕਰਨੀ, ਸੋਮਵਾਰ ਨੂੰ ਗਹਿਣੇ ਨਹੀਂ ਖਰੀਦਣੇ ਜੀ। ਜਦੋਂ ਅਸੀਂ ਕਹਿੰਦੇ ਆ ਨਾ ਇਹ ਦਿਨ ਮਾੜਾ ਹੈ, ਅਸੀਂ ਰੱਬ ਵਿੱਚੋਂ ਨੁਕਸ ਕੱਢਦੇ ਆ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕੋਈ ਦੀਵਾਰ ਬਿੰਗੀ ਹੈ ਜੀ ਤੇ ਦੀਵਾਰ ਦਾ ਕਸੂਰ ਨਹੀਂ ਹੈ, ਕਸੂਰ ਤੇ ਮਿਸਤਰੀ ਦਾ ਹੈ ਜਿਹਨੇ ਦੀਵਾਰ ਬਣਾਈ ਹੈ। ਜਦੋਂ ਦਿਨ ਮਾੜਾ ਹੈ ਇਹਦਾ ਮਤਲਬ ਰੱਬ ਮਾੜਾ ਹੈ, ਉਹਨੇ ਦਿਨ ਬਣਾਇਆ, ਆਪੇ ਤੇ ਦਿਨ ਨਹੀਂ ਬਣਿਆ, ਇਸ ਕਰਕੇ ਰੱਬ ਮਾੜਾ ਹੈ। ਗੁਰਬਾਣੀ ਨੇ ਦਿਨ ਨੂੰ ਨਾ ਚੰਗਾ ਕਿਹਾ ਨਾ ਮਾੜਾ ਕਿਹਾ, ਗੱਲ ਤੇ ਇਹਦੀ ਵਰਤੋਂ ਦੀ ਹੈ। ਬਿਲਕੁਲ। ਅੱਜ ਵਰਲਡ ਟ੍ਰੇਡ ਸੈਂਟਰ ਦੇ ਉੱਪਰ ਅਟੈਕ ਹੋਇਆ ਹੋਵੇ, ਵੱਡੀ ਘਟਨਾ ਦੁਨੀਆ ਤੇ ਵਾਪਰੀ ਹੋਵੇ, ਪਰ ਕੋਈ ਮਨੁੱਖ ਕਿਸੇ ਗਰੀਬ ਨੂੰ ਭੋਜਨ ਦੇ ਰਿਹਾ ਹੋਵੇ, ਜ਼ਖਮਾਂ ਤੇ ਮਲਮ ਲਗਾ ਰਿਹਾ ਹੋਵੇ, ਸੇਵਾ ਕਰ ਰਿਹਾ ਹੋਵੇ, ਬਾਣੀ ਪੜ੍ਹ ਰਿਹਾ ਹੋਵੇ, ਉਹਦਾ ਦਿਨ ਸਫਲ ਹੈ। ਹਾਂ, ਕਿਸੇ ਦੀ ਜ਼ਿੰਦਗੀ 'ਚ ਉਹ ਦਿਨ ਮਾੜਾ ਹੋ ਸਕਦਾ ਹੈ। ਦੂਜੇ ਪਾਸੇ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੋਵੇ ਤੇ ਕੋਈ ਸਿੱਖ ਜਿਹੜਾ ਨਸ਼ੇ 'ਚ ਧੋ ਕੇ ਘਰੇ ਪਿਆ ਹੋਵੇ, ਉਹਦੇ ਲਈ ਤੇ ਜ਼ਿੰਦਗੀ ਦਾ ਮਾੜਾ ਹੀ ਦਿਨ ਹੈ ਨਾ। ਸਤਿਗੁਰੂ ਕਹਿੰਦੇ ਨੇ, ਨਾਨਕ ਸੋਈ ਦਿਨ ਸੁਹਾਵੜਾ, ਜਿਤ ਪ੍ਰਭ ਆਵੇ ਚਿਤ। ਜਿਸ ਦਿਨ ਰੱਬ ਚਿੱਤੇ ਆਇਆ ਉਹ ਦਿਨ ਚੰਗਾ ਹੈ, ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿਟ ਭਲੇਰੀ ਰੁੱਤ। ਜਦੋਂ ਰੱਬ ਭੁੱਲ ਗਿਆ ਜ਼ਿੰਦਗੀ ਦੀ ਰੁੱਤ ਫਿਟਕਾਰਯੋਗ ਹੋ ਗਈ। ਨਹੀਂ ਤੇ ਸਾਰੇ ਜਿਹੜੇ ਮਹਾ ਦਿਵਸ ਮੂਰਤ ਭਲੇ, ਬਿਲਕੁਲ, ਜਿਸ ਕੋ ਨਜ਼ਰ ਕਰੇ ਸਾਰੇ ਚੰਗੇ ਨੇ। ਬਿਲਕੁਲ। ਲੇਕਿਨ ਉਸ ਦੇ ਨਾਲ ਨਾਲ ਜਿਹੜਾ ਇਹ ਵੀ ਕਨਸੈਪਟ ਪੂਰਨਮਾਸ਼ੀ ਦਾ, ਸੰਗਰਾਂਦ ਦਾ, ਇਹ ਇਸ ਦਿਨ ਤੁਸੀਂ ਗੁਰਦੁਆਰੇ ਜਾਓ ਤੁਹਾਨੂੰ ਜ਼ਿਆਦਾ ਹੀ ਇਹਦਾ ਲਾਭ ਹੋਏਗਾ, ਇਹ ਚੀਜ਼ਾਂ ਵੀ ਫਿਰ ਪ੍ਰਚਲਿਤ ਹੋ ਗਈਆਂ, ਤੇ ਫਿਰ ਇਹ ਵੀ ਮਨਮਤ ਹੋਈ। ਹੁਣ ਸੰਗਰਾਂਦ ਦਾ ਤੇ ਸਾਡੇ ਸਾਹਮਣੇ ਸਪਸ਼ਟ ਹੈਗਾ, ਛੋਟਾ ਬੱਚਾ ਵੀ ਜਾਣਦਾ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਜੀ, ਪਰ ਜੋਤਿਸ਼ੀ ਕਹਿੰਦੇ ਨੇ ਕਿ ਸੂਰਜ ਧਰਤੀ ਦੁਆਲੇ ਚੱਕਰ ਕੱਟਦਾ ਹੈ, ਇੱਕ ਚੱਕਰ 1 ਮਹੀਨੇ 'ਚ ਕੱਟਦਾ ਹੈ ਸੂਰਜ ਧਰਤੀ ਦੁਆਲੇ। ਅੱਗੇ ਦੇਖਦਾ ਵੀ ਟ੍ਰੈਫਿਕ ਜਾਮ ਹੈ, ਉਹ ਫਿਰ ਦੂਜਾ ਰਸਤਾ ਬਦਲ ਲੈਂਦਾ ਅਗਲੇ ਮਹੀਨੇ। ਫਿਰ ਦੇਖਦਾ ਅੱਗੇ ਰੈੱਡ ਲਾਈਟ ਹੈ, ਫਿਰ ਤੀਜਾ ਰਸਤਾ ਬਦਲ ਲੈਂਦਾ। ਫਿਰ ਦੇਖਦਾ ਵੀ ਅੱਗੇ ਤੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ, ਰਸਤਾ ਬਦਲ ਲੈਂਦਾ। ਭਾਵ ਸਾਲ 'ਚ ਧਰਤੀ ਦੁਆਲੇ 12 ਚੱਕਰ ਕੱਟਦਾ ਹੈ। ਜਦੋਂ ਨਵੇਂ ਘਰ ਵਿੱਚ ਨਵੇਂ ਰਸਤੇ ਨੂੰ ਫੜਦਾ ਹੈ, ਲੋਕ ਫਿਰ ਅਰਦਾਸਾਂ ਕਰਦੇ ਨੇ, ਹੇ ਸੂਰਜ ਦੇਵਤਾ ਕਿਤੇ ਗੜਬੜ ਨਾ ਹੋ ਜਾਵੇ ਨਵੇਂ ਰਸਤੇ ਤੇ, ਤੂੰ ਸੁਖੀ ਸੁਖੀ ਮਹੀਨਾ ਪੂਰਾ ਕਰੀ। ਉੱਥੋਂ ਜਿਹੜੀ ਕ੍ਰਾਂਤੀ ਆਉਂਦੀ ਹੈ, ਸੂਰਜ ਇੱਕ ਰਸਤਾ ਛੱਡ ਕੇ ਦੂਜੇ ਰਸਤੇ ਆਉਂਦਾ, ਉਹਨੂੰ ਕਹਿੰਦੇ ਸੰਗਰਾਂਦ। ਰਾਈਟ। ਪਰ ਗੁਰਬਾਣੀ ਨੇ ਕਿਤੇ ਵੀ ਨਹੀਂ ਕਿਹਾ, ਜੋਤਸ਼ੀ ਕਹਿੰਦੇ ਨੇ ਸੂਰਜ ਧਰਤੀ ਦੁਆਲੇ ਚੱਕਰ ਕੱਟਦਾ ਹੈ, ਗੁਰੂ ਗ੍ਰੰਥ ਸਾਹਿਬ ਨੇ ਤੇ ਕਿਤੇ ਵੀ ਨਹੀਂ ਕਿਹਾ ਸੂਰਜ ਧਰਤੀ ਦੁਆਲੇ ਚੱਕਰ ਕੱਟਦਾ ਹੈ। ਫਿਰ ਸੰਗਰਾਂਦ ਦਾ ਸਾਡੇ ਨਾਲ ਕੋਈ ਸਿਸਟਮ ਨਹੀਂ ਹੈਗਾ। 12 ਮਾਹ ਦੀ ਬਾਣੀ ਗੁਰੂ ਸਾਹਿਬ ਨੇ ਰਚੀ ਹੈ, ਉਹ ਇਸ ਕਰਕੇ ਸਿੱਖਾਂ ਲੋਕ ਸੂਰਜ ਦੀ ਪੂਜਾ ਕਰਦੇ ਨੇ। ਜਿਹੜਾ ਵੀ ਨਵਾਂ ਮਹੀਨਾ ਆਵੇ ਤੂੰ ਰੱਬ ਨਾਲ ਜੁੜੀ। ਇੱਥੋਂ ਤੱਕ 6 ਰੁੱਤੀ ਦੀ ਬਾਣੀ ਉਚਾਰੀ, ਰੁੱਤੀ ਦੀ ਬਾਣੀ, ਜਿਹੜੀ ਵੀ ਨਵੀਂ ਰੁੱਤ ਆਏ ਤੂੰ ਰੱਬ ਦੀ ਬਾਣੀ ਪੜ੍ਹੀ। 6 ਰੁੱਤਾਂ ਆਉਂਦੀਆਂ ਨੇ, ਅਸੀਂ ਰੁੱਤੀ ਦੀ ਬਾਣੀ ਨਹੀਂ ਪੜ੍ਹਦੇ। ਥਿੱਤਾਂ ਦੀ ਬਾਣੀ ਉਚਾਰੀ, 15 ਥਿੱਤਾਂ, ਜਿਹੜੀ ਵੀ ਨਵੀਂ ਤਿੱਥ ਤਰੀਕ ਆਵੇ ਤੂੰ ਰੱਬ ਨੂੰ ਚੇਤੇ ਕਰੀ। ਸਾਨੂੰ ਥਿੱਤਾਂ ਦੀ ਬਾਣੀ ਨਹੀਂ ਯਾਦ। 7 ਵਾਰਾਂ ਦੀ ਬਾਣੀ ਰਚੀ, ਐਤ ਸੋਮ ਮੰਗਲ ਬੁੱਧ, ਜਿਹੜਾ ਵੀ ਦਿਨ ਆਵੇ। ਦਿਨ ਰਹਿਣ ਦੀ ਬਾਣੀ ਉਚਾਰੀ, ਦਿਨ ਆਵੇ ਤੇ ਰਾਤ ਆਵੇ ਰੱਬ ਨਾਲ ਜੁੜੀ। 4 ਪਹਿਰਿਆਂ ਦੀ ਬਾਣੀ ਉਚਾਰੀ, ਜਿਹੜਾ ਪਹਿਰ ਆਵੇ ਤੂੰ ਰੱਬ ਨਾਲ ਜੁੜੀ। ਗੱਲ ਹੀ ਮੁਕਾ ਦਿੱਤੀ ਕਿ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਬੈਸਾ। ਇਸ ਕਰਕੇ ਸੰਗਰਾਂਦ ਮੱਸਿਆ ਪੂਰਨਮਾਸ਼ੀ। ਮੱਸਿਆ ਪੂਰਨਮਾਸ਼ੀ ਕੀ ਹੈ? ਸਿੱਧੇ ਤੌਰ ਤੇ ਚੰਦਰਮਾ ਦੀ ਹੀ ਪੂਜਾ ਹੈ। ਗੁਰੂ ਸਾਹਿਬ ਨੇ ਤੇ ਬਾਣੀ 'ਚ ਇਹ ਕਹਿ ਦਿੱਤਾ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਰੱਬ ਦੀ ਹੀ ਜੋਤ ਸੂਰਜਾਂ ਚੰਦਰਮਾ ਵਿੱਚ ਨੇ ਅਤੇ ਡਰ ਵਿੱਚ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨ, ਉਧਰ ਤੋਂ ਡਰਦੇ ਫਿਰਦੇ ਨੇ। ਇਸ ਕਰਕੇ ਕਿਉਂ ਨਾ ਤੂੰ ਸਿੱਧਾ ਅਕਾਲ ਪੁਰਖ ਨਾਲ ਹੀ ਜੁੜ ਜਾਏ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਕੁਲ ਕੀ ਸੇਵਾ। ਬਿਲਕੁਲ ਠੀਕ। ਹੁਣ ਗੱਲ ਆਉਂਦੀ ਜੀ ਮਹੂਰਤ ਦੀ, ਕਿਉਂਕਿ ਅੱਜ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ, ਉਸ ਵਾਸਤੇ ਅਸੀਂ ਸ਼ੁਭ ਮਹੂਰਤ ਕਢਾਉਂਦੇ ਹੈਗੇ ਹਾਂ, ਅਤੇ ਸਮਾਂ ਵੀ ਕੱਢ ਕੇ ਅਸੀਂ ਉਸ ਨਿਸ਼ਚਿਤ ਸਮੇਂ ਦੇ ਵਿੱਚ ਹੀ ਚਾਹੁੰਦੇ ਹਾਂ ਕਿ ਹੋ ਜਾਏ। ਅਤੇ ਖਾਸ ਤੌਰ ਦੇ ਉੱਤੇ ਆਨੰਦ ਕਾਰਜ ਦੇ ਬਾਰੇ ਵੀ ਅਸੀਂ ਜੇਕਰ ਥੋੜ੍ਹਾ ਜਿਹਾ ਟੱਚ ਕਰ ਲਈਏ ਕਿ ਇਸ ਸਮੇਂ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਕਿਹੜਾ ਚੜ੍ਹਦਾ ਦਿਨ ਹੈ ਜਾਂ ਢਹਿੰਦਾ, ਕੁਝ ਇਸ ਤਰ੍ਹਾਂ ਦਾ ਹੁੰਦਾ, ਮੈਨੂੰ ਪਤਾ ਡਿਟੇਲਸ ਨਹੀਂ ਪਤਾ, ਪਰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਹੈਗੀਆਂ ਨੇ। ਇਹ ਵੀ ਕਿਹੜੇ ਜਿਹੜੀ ਮਨਮਤ ਹੈਗੀ ਕਿਵੇਂ ਆ ਗਈ ਸਾਡੇ ਵਿੱਚ? ਹੁਣ ਦਿਨ ਤੇ ਅਸੀਂ ਵਰਤੋਂ ਕਰਨੀ ਸੀ ਯੋਗ ਜੀ,
ਪਰ ਅਸੀਂ ਜਦੋਂ ਮੂਰਤ ਕਢਾਉਣ ਲੱਗ ਗਏ, ਕਈ ਐਸੇ ਸਿੱਖ ਮੈਨੂੰ ਮਿਲੇ ਨੇ ਜਿਹੜੇ ਕਹਿੰਦੇ ਨੇ ਅਸੀਂ ਤਾਂ ਜੀ ਪੰਡਤ ਪਾਂਦੇ ਕੋਲ ਜਾਂਦੇ, ਅਸੀਂ ਨਹੀਂ ਜੋਤਸ਼ੀ ਕੋਲ ਦਿਨ ਕਢਾਉਂਦੇ, ਅਸੀਂ ਤੇ ਭਾਈ ਜੀ ਤੋਂ ਕਢਾਉਂਦੇ ਆ। ਕੰਮ ਜ਼ਰੂਰ ਕਰਨਾ ਹੈ, ਸਿਰਫ ਬੰਦਾ ਹੀ ਬਦਲਿਆ ਉਹਨਾਂ ਨੇ, ਕੰਮ ਉਹੀ ਕੀਤਾ। ਜੇ ਗੁਰਬਾਣੀ ਨੇ ਸਾਰੇ ਦਿਨਾਂ ਨੂੰ ਇੱਕੋ ਜਿਹਾ ਕਿਹਾ ਤੇ ਫਿਰ ਸਿੱਖ ਰਹਿਤ ਮਰਿਆਦਾ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਵਿਆਹ ਦੇ ਆਨੰਦ ਕਾਰਜ ਦੇ ਸਮੇਂ ਪੱਤਰੀ ਵਿਆਚਣੀ, ਸਾਹਾ ਸੁਦਾਣਾ, ਮੂਰਤ ਕਢਾਉਣਾ ਇਹ ਮਨਮਤ ਹੈਗੀ ਹੈ। ਤੇ ਗੁਰਬਾਣੀ ਨੇ ਇਹ ਗੱਲ ਕਹੀ ਹੈ, ਸਾਹਾ ਗਣੈ ਨਾ ਕਰੇ ਵਿਚਾਰ, ਸਾਹੇ ਉਪਰ ਏਕ ਓੰਕਾਰ। ਬਿਲਕੁਲ, ਭਾਵ ਦਿਨ ਮੂਰਤ ਕਢਾਉਣ ਦੀ ਬਜਾਏ ਜਿਸ ਰੱਬ ਨੇ ਦਿਨ ਬਣਾਏ ਨੇ ਤੁਸੀਂ ਉਹਦੇ ਅੱਗੇ ਅਰਦਾਸ ਕਰ ਲਿਓ। ਬਿਲਕੁਲ, ਇਹਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ ਜੀ ਕਿ ਸਮਾਂ ਇੱਕ ਬ੍ਰੇਕ ਦਾ, ਵਾਪਸ ਆ ਕੇ ਕਿ ਇਹ ਚੀਜ਼ਾਂ ਕਿਵੇਂ ਸਾਡੇ ਤੇ ਇੰਪੈਕਟ ਪਾ ਰਹੀਆਂ ਨੇ ਤੇ ਕੀ ਕੁਝ ਕਰਨ ਦੀ ਲੋੜ ਹੈ ਇਸ ਬ੍ਰੇਕ ਤੋਂ ਬਾਅਦ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866-790-8984 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਸੋ ਸਵਾਗਤ ਕਰਦਾ ਜੀ ਇੱਕ ਵਾਰ ਫਿਰ। ਆਓ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਲ, ਜਿਹੜੇ ਇਹ ਵਹਿਮ ਭਰਮਾਂ 'ਚ ਅੱਜ ਅਸੀਂ ਫਸਦੇ ਜਾ ਰਹੇ ਹਾਂ। ਗੁਰਬਾਣੀ ਸਾਨੂੰ ਕੀ ਸੰਕੇਤ ਕੇ ਦਿੰਦੀ ਹੈ ਜੀ ਭਾਈ ਸਾਹਿਬ? ਸੋ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਕੋਈ ਵੀ ਸਮਾਂ ਜਿਹੜਾ ਹੈਗਾ ਉਹ ਸਾਰੇ ਹੀ ਸਮਾਂ ਵਧੀਆ ਹੈ ਜਦੋਂ ਅਸੀਂ ਰੱਬ ਨੂੰ ਭੁੱਲ ਜਾਈਏ, ਯਾਨੀ ਕਿ ਉਹਦੇ ਗੁਣਾਂ ਨੂੰ ਭੁੱਲ ਜਾਈਏ ਤੇ ਆਪਣੇ ਕਰੈਕਟਰ 'ਚੋਂ ਰਿਫਲੈਕਟ ਨਾ ਹੋਵੇ, ਉਹੀ ਮਾੜਾ ਸਮਾਂ ਹੈ। ਪਰ ਇਹ ਮੁਹੂਰਤ ਦਾ ਕਨਸੈਪਟ ਜਿਹੜਾ ਇੰਨਾ ਭਾਰੂ ਹੋ ਗਿਆ ਅੱਜ ਤਾਂ, ਜਿਸ ਤਰ੍ਹਾਂ ਵਿਆਹ ਦੀ ਅਸੀਂ ਆਨੰਦ ਕਾਰਜ ਦੀ ਗੱਲ ਕਰ ਰਹੇ ਸੀ, ਉਸ ਤੋਂ ਇਲਾਵਾ ਕੋਈ ਬਿਜ਼ਨਸ ਸ਼ੁਰੂ ਕਰਨਾ ਹੋਏ ਜਾਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰਨਾ ਹੋਏ ਤਦ ਵੀ ਇਹ ਮੁਹੂਰਤ ਕੱਢਿਆ ਜਾਂਦਾ ਹੈ। ਬਿਲਕੁਲ ਜੀ, ਜਦੋਂ ਅਸੀਂ ਦਿਨ ਰਾਤ ਥਿੱਤਾਂ ਮੂਰਤਾਂ ਆਦਿਕ ਨੂੰ ਬਣਾਉਣ ਵਾਲੇ ਅਕਾਲ ਪੁਰਖ ਨੂੰ ਅਸੀਂ ਅਰਦਾਸ ਕਰ ਲਈਏ ਜੀ ਕਿ ਤੇਰੇ ਆਸਰਾ ਲੈ ਕੇ ਅਸੀਂ ਕਾਰਜ ਸ਼ੁਰੂ ਕਰਨ ਲੱਗਿਆ, ਤੂੰ ਹੀ ਨੇਪਰੇ ਚਾੜੀ, ਤੇ ਫਿਰ ਕੋਈ ਵੀ ਸਿੱਖ ਦੇ ਮਨ 'ਚ ਵਹਿਮ ਭਰਮ ਨਹੀਂ ਰਹਿ ਜਾਣਾ ਚਾਹੀਦਾ। ਸਿੱਖ ਨੂੰ ਅਰਦਾਸ ਤੇ ਭਰੋਸਾ ਹੋਣਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਜਿਹੜਾ ਕੰਮ ਕਰਾਉਣਾ ਚਾਹੁੰਦਾ ਹੈ ਹਰੀ ਨੂੰ ਕਹਿ ਦੇਈਂ, ਭਾਵ ਅਰਦਾਸ ਕਰ ਲਈ। ਠੀਕ, ਪੁੱਛਿਆ ਸਤਿਗੁਰੂ ਕੀ ਸਬੂਤ ਹੈ ਠੀਕ ਹੋ ਜਾਏਗਾ ਕੰਮ? ਸਤਿਗੁਰੂ ਕਹਿਣ ਲੱਗੇ ਵੀ ਸ਼ਰਤ ਹੈ ਵੀ ਸਾਰੇ ਆਸਰੇ ਛੱਡ ਕੇ ਨਾ ਇੱਕ ਅਕਾਲ ਪੁਰਖ ਦੀ ਅਰਦਾਸ ਕਰੀ, ਤੇਰਾ ਕਾਰਜ ਰਾਸ ਹੋਏਗਾ। ਤੇ ਇਸ ਗੱਲ ਦਾ ਗੁਰੂ ਗਵਾਹ ਹੈ, ਸਾਖੀ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਵੀ ਮੈਂ ਗਵਾਹਾਂ, ਤੂੰ ਵਹਿਮ ਭਰਮ ਪਖੰਡ ਛੱਡ ਦੇ, ਅਕਾਲ ਪੁਰਖ ਅੱਗੇ ਅਰਦਾਸ ਕਰ। ਅਰਦਾਸ ਤੇ ਐਡਾ ਵਿਸ਼ਵਾਸ ਹੋਣਾ ਚਾਹੀਦਾ ਹੈ ਵੀ ਤੇਰਾ ਕਾਰਜ ਸਿਰੇ ਚੜ੍ਹਨਾ ਹੀ ਚੜ੍ਹਨਾ ਹੈ। ਫਿਰ ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਇਸ ਕਰਕੇ ਦਿਨ ਮੂਰਤ ਸੋਧਣੇ ਸਿੱਖੀ ਵਿੱਚ ਨਹੀਂ। ਮੈਂ ਤਾਂ ਕਈ ਵਾਰੀ ਇਹ ਗੱਲ ਕਹਿਣਾ ਹੁੰਦਾ ਕਿ ਸਿੱਖਾਂ ਨੂੰ ਆਨੰਦ ਕਾਰਜ ਜਿਹੜੇ ਨਾ ਉਹ ਪੈਂਚਕਾਂ, ਗੰਢ ਮੂਲ, ਨਵਰਾਤਰੇ, ਸ਼ਰਾਧਾਂ ਦੇ ਦਿਨਾਂ 'ਚ ਕਰ ਲੈਣੇ ਚਾਹੀਦੇ ਨੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੈਲੇਸ ਹਾਲ, ਬੈਂਕੁਏਟ ਹਾਲ ਵੀ ਅਵੇਲੇਬਲ ਹੁੰਦੇ ਨੇ ਜੀ, ਸਸਤੇ ਨਾਲੇ ਮਿਲਣਗੇ, ਸਸਤੇ ਮਿਲ ਜਾਂਦੇ ਨੇ, ਵੇਟਰ ਮਿਲ ਜਾਂਦੇ ਨੇ, ਕਰੋਕਰੀ ਮਿਲ ਜਾਂਦੀ ਹੈ, ਟੈਂਟ ਮਿਲ ਜਾਂਦੇ ਨੇ, ਹਰ ਚੀਜ਼ ਅਵੇਲੇਬਲ ਹੋ ਜਾਂਦੀ ਹੈ। ਲੇਕਿਨ ਬਹੁਤ ਭਾਰੂ ਹੋ ਗਈ ਇਹ ਚੀਜ਼, ਇਸ 'ਚੋਂ ਕੱਢਣਾ ਨਿਕਲਣਾ ਅਜੇ ਸਮਾਂ ਲੱਗੇਗਾ। ਪਰ ਆਫ ਕੋਰਸ ਜਿਸ ਤਰੀਕੇ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ, ਹੋਰ ਪ੍ਰਚਾਰਕ ਜਿਹੜੇ ਨੇ ਇਹੋ ਜਿਹੀਆਂ ਗੱਲਾਂ ਹੋਰ ਕਰਨਗੇ ਤਾਂ ਸ਼ਾਇਦ ਕੋਈ ਫਰਕ ਪਏ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਜਿਹੜੀ ਅੱਜ ਅਸੀਂ ਦੇਖ ਰਹੇ ਹਾਂ, ਜਿਹੜੀ ਕਿ ਬਹੁਤ ਜ਼ਿਆਦਾ ਪ੍ਰੈਵਲੈਂਟ ਹੋ ਰਹੀ ਹੈ, ਕਿ ਹਰ ਇੱਕ ਸਿੱਖ ਜੋ ਬੜੀ ਮਿਹਨਤ ਕਰਦਾ ਹੈ, ਖਾਸ ਤੌਰ 'ਤੇ ਇਹਨਾਂ ਮੁਲਕਾਂ 'ਚ ਆ ਕੇ ਤਾਂ ਸਾਨੂੰ ਇਹ ਚੀਜ਼ਾਂ ਤੋਂ ਬਾਹਰ ਨਿਕਲਣਾ ਚਾਹੀਦਾ ਸੀ, ਲੇਕਿਨ ਇੱਥੇ ਵੀ ਅਸੀਂ ਫਸ ਗਏ ਕਿ ਘਰ ਬਣਾਇਆ ਮਿਹਨਤ ਕਰਕੇ, ਉਸ ਤੋਂ ਬਾਅਦ ਅਸੀਂ ਕੋਈ ਨਾ ਕੋਈ ਡਿਜ਼ਾਈਨਰ ਜਿਹੜਾ ਹੈ ਉਹ ਇਨਵੋਲਵ ਕਰ ਲੈਂਦੇ ਹਾਂ। ਅਤੇ ਖਾਸ ਤੌਰ 'ਤੇ ਅਸੀਂ ਲੱਭਦੇ ਜਿਹੜਾ ਵਾਸਤੂ ਸ਼ਾਸਤਰ 'ਚ ਕੋਈ ਜਿਸ ਨੂੰ ਨੌਲੇਜ ਹੋਵੇ, ਅਤੇ ਇਹ ਜ਼ਿਆਦਾ ਚੀਜ਼ ਸਿੱਖਾਂ 'ਚ ਜ਼ਿਆਦਾ ਪਾਈ ਜਾ ਰਹੀ ਹੈ, ਬਲਕਿ ਦੂਸਰੀ ਕੌਮਾਂ ਜੀ ਮੁਬਾਰਕ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਇਹ ਵਿਸ਼ਵਾਸ ਹੈਗਾ। ਲੇਕਿਨ ਇਹ ਸਿੱਖ ਦਾ ਜਿਹੜਾ ਫਰਜ਼ ਸੀ ਇਸ ਵਿੱਚ ਵੀ ਅਸੀਂ ਕਿ ਜੀ ਘਰ ਦਾ ਮੂੰਹ ਇਸ ਪਾਸੇ ਨੂੰ ਹੋਣਾ ਚਾਹੀਦਾ ਹੈ, ਕਮਰੇ ਦਾ ਮੂੰਹ ਇੰਝ ਹੋਣਾ ਚਾਹੀਦਾ ਹੈ, ਇਹ ਕਿਸ ਪਾਸੇ ਨੂੰ ਤੁਰ ਪਏ ਸੀ? ਤੁਸੀਂ ਹੈਰਾਨੀ ਮੰਨੋਗੇ ਕਿ ਵਾਸਤੂ ਸ਼ਾਸਤਰ ਵਾਲੇ ਗ੍ਰੰਥ ਇੱਕ ਦੂਜੇ ਦੇ ਵਿਰੋਧੀ ਨੇ। ਓਕੇ, ਜੇ ਇੱਕ ਕਹਿ ਰਿਹਾ ਘਰ ਦੇ ਅੱਗੇ ਖੰਭਾ ਹੋਵੇ ਤੇ ਘਰ ਦੀ ਮਾਲਕਣ ਚੰਗੀ ਹੁੰਦੀ ਹੈ, ਦੂਜਾ ਕਹਿੰਦਾ ਨਹੀਂ ਘਰ ਦੀ ਮਾਲਕਣ ਦੀ ਨੀਅਤ ਖਰਾਬ ਹੁੰਦੀ ਹੈ। ਓਕੇ, ਇੱਕ ਕਹਿੰਦਾ ਜੇ ਘਰ ਦੇ ਅੱਗੇ ਦਰਖਤ ਹੋਵੇ ਤੇ ਪੁੱਤਰ ਵਿਦੇਸ਼ ਜਾਏਗਾ, ਦੂਜਾ ਕਹਿੰਦਾ ਜੇ ਘਰ ਦੇ ਅੱਗੇ ਦਰਖਤ ਹੋਵੇ ਤੇ ਪੁੱਤਰ ਦੀ ਮੌਤ ਹੋ ਜਾਏਗੀ। ਅੱਛਾ ਜੀ, ਇੱਕ ਵਾਸਤੂ ਸ਼ਾਸਤਰ ਕਹਿ ਰਿਹਾ, ਹੁਣ ਪਿੱਛੇ ਜਿਹਨਾਂ ਨੇ ਕਿਹਾ ਸੀ ਵੀ ਹਿੰਦੁਸਤਾਨ ਤਾਂ ਗਰੀਬ ਹੈਗਾ ਕਿਉਂਕਿ ਹਿਮਾਲਾ ਪਰਬਤ ਉੱਤਰ ਦੇ ਵਿੱਚ ਹੈ। ਹੁਣ ਇਹਨਾਂ ਲੋਕਾਂ ਨੂੰ ਪੁੱਛੇ ਕਿ ਜਦੋਂ ਹਿੰਦੁਸਤਾਨ ਸੋਨੇ ਦੀ ਚਿੜੀ ਸੀ ਉਦੋਂ ਹਿਮਾਲਾ ਦੱਖਣ ਵਿੱਚ ਸੀ। ਆਪੋ ਵਿਰੋਧੀ ਨੇ ਗੱਲਾਂ ਨੇ। ਠੀਕ, ਸਿੱਖ ਵੀ ਸੋਚਣ ਲੱਗ ਗਿਆ ਵੀ ਮੇਰੇ ਘਰ 'ਚ ਕਲੇਸ਼ ਬੜਾ ਹੈ, ਮੇਰਾ ਘਰ ਹੰਡਿਆ ਸਵਾਇਆ ਨਹੀਂ, ਸ਼ਾਇਦ ਇਹ ਥਾਂ ਮਾੜੀ ਹੈ, ਮੈਂ ਦੂਜੀ ਥਾਂ ਤੇ ਕਰ ਲਵਾਂਗਾ ਤੇ ਮੈਂ ਸੁਖੀ ਹੋ ਜਾਵਾਂਗਾ। ਰਾਈਟ, ਹੁਣ ਤੁਸੀਂ ਕਦੀ ਦੇਖਿਆ ਵੀ ਟੂਟੀ ਵਾਸ਼ ਬੇਸ਼ਨ ਨਾਲ ਲੜਦੀ ਹੋਵੇ, ਜਾਂ ਕਰਟਨ ਜਿਹੜੇ ਨੇ ਉਹ ਵਿੰਡੋ ਨਾਲ ਲੜਦੇ ਹੋਣ, ਦਰਵਾਜ਼ੇ ਲੜਦੇ ਹੋਣ, ਜਾਂ ਜਿਹੜੇ ਸੋਫੇ ਨੇ ਉਹ ਟੇਬਲ ਨਾਲ ਲੜਦੇ ਹੋਣ? ਜੀ,
ਕਦੀ ਨਹੀਂ ਹੁੰਦਾ। ਬਿਲਕੁਲ, ਲੜਦਾ ਤੇ ਮਨੁੱਖ ਹੈ ਨਾ। ਜੇ ਇਹਦੇ ਅੰਦਰ ਕ੍ਰੋਧ ਭਰਿਆ ਦੂਜੀ ਥਾਂ ਤੇ ਵੀ ਜਾ ਕੇ ਕਰ ਲਏਗਾ ਤੇ ਕ੍ਰੋਧ ਫਿਰ ਵੀ ਉੱਥੇ ਹੀ ਰਹੇਗਾ। ਠੀਕ। ਗੁਰਬਾਣੀ ਦੀ ਇੱਕੋ ਪੰਕਤੀ ਨੇ ਫੇਂਗ ਸ਼ੂਈ ਤੇ ਵਾਸਤੂ ਸ਼ਾਸਤਰ ਰੱਦ ਕਰ ਦਿੱਤਾ। ਜੇ ਸਿੱਖ ਗੁਰਬਾਣੀ ਤੇ ਵਿਸ਼ਵਾਸ ਕਰੇ ਤੇ ਜੀ, ਜਿਨ੍ਹਾਂ ਵਿਸ਼ਵਾਸ ਕੀਤਾ ਉਹਨਾਂ ਨੂੰ ਖੇੜੇ ਮਿਲੇ ਨੇ। ਜਿਨ ਕੇ ਮਨ ਸਾਚਾ ਵਿਸ਼ਵਾਸ, ਪੇਖ ਪੇਖ ਸੁਆਮੀ ਕੀ ਸੋਭਾ, ਆਨੰਦ ਸਦਾ ਉਲਾਸ। ਤੇ ਜਿਨ੍ਹਾਂ ਵਿਸ਼ਵਾਸ ਨਹੀਂ ਕੀਤਾ ਦੁਖੀ ਹੋਏ ਨੇ ਜੀ। ਹੁਣ ਗੁਰਬਾਣੀ ਨੇ ਇਹ ਗੱਲ ਕਹਿ ਦਿੱਤੀ, ਜਿਵੇਂ ਵਾਸਤੂ ਸ਼ਾਸਤਰ ਕਹਿੰਦੇ ਨੇ ਕਿ ਸੱਜੇ ਪਾਸੇ ਪੂਰਬ ਵੱਲ ਘਰ ਦਾ ਮੂੰਹ ਹੋਵੇ, ਦੱਖਣ ਵੱਲ ਕਿਚਨ ਹੋਵੇ, ਬੈਡਰੂਮ ਉੱਤਰ ਵੱਲ ਹੋਵੇ, ਕਿਚਨ ਜਿਹੜੀ ਹੈ ਫਲਾਣੇ ਵੱਲ ਹੋਵੇ, ਜਿਵੇਂ ਉਹ ਕਹਿੰਦੇ ਨੇ ਜੀ। ਗੁਰਬਾਣੀ ਕਹਿਣ ਲੱਗੀ ਵੀ ਜਿਹੜੀ ਪੂਰਬ ਦਿਸ਼ਾ ਨਾ ਉਹਦੇ ਵਿੱਚ ਮੇਰਾ ਵਾਹਿਗੁਰੂ ਵਸਦਾ ਹੈ। ਹੁਣ ਪੂਰਬ ਦਿਸ਼ਾ ਸਾਡੇ ਲਈ ਚੰਗੀ ਹੋਈ ਨਾ ਜੀ। ਸਤਿਗੁਰੂ ਕਹਿਣ ਲੱਗੇ ਜਿਹੜੀ ਪੱਛਮ ਦਿਸ਼ਾ ਨਾ ਉੱਥੇ ਵੀ ਮੇਰੇ ਵਾਹਿਗੁਰੂ ਦੀ ਤਾਕਤ ਕੰਮ ਕਰਦੀ, ਉੱਥੇ ਵੀ ਉਹ ਹੈਗਾ। ਠੀਕ, ਇਹਦਾ ਮਤਲਬ ਪੱਛਮ ਵੀ ਚੰਗੀ ਸਾਡੇ ਲਈ। ਸਤਿਗੁਰੂ ਕਹਿਣ ਲੱਗੇ ਜਿਹੜੀ ਦੱਖਣ ਦਿਸ਼ਾ ਹੈ ਉੱਥੇ ਵੀ ਮੇਰਾ ਵਾਹਿਗੁਰੂ ਵਸਦਾ ਹੈ ਜੀ, ਉਹ ਵੀ ਚੰਗੀ ਹੋਈ ਦਿਸ਼ਾ। ਜਿਹੜੀ ਉੱਤਰ ਦਿਸ਼ਾ ਹੈਗੀ ਹੈ ਨਾ ਉੱਥੇ ਮੇਰਾ ਵਾਹਿਗੁਰੂ ਵਸਦਾ ਹੈ ਜੀ, ਫਿਰ ਉਹ ਵੀ ਚੰਗੀ ਹੈ। ਜੇ ਚਾਰੇ ਪਾਸੇ ਰੱਬ ਵਾਸ ਕਰਦਾ ਹੈ, ਸਿੱਖ ਜਿੱਧਰ ਮਰਜ਼ੀ ਮੂੰਹ ਕਰ ਲਵੇ ਆਪਣਾ ਤੇ ਆਪਣੇ ਘਰ ਦਾ, ਰੱਬ ਵੱਲ ਹੀ ਮੂੰਹ ਹੈ ਤੇ ਰੱਬ ਉਹਦੇ ਵੱਲ ਹੀ ਹੈਗਾ, ਉਹਨੇ ਸਿਰ ਤੇ ਹੱਥ ਰੱਖਿਆ ਹੋਇਆ ਹੈ। ਸੋ ਇਹ ਚੀਜ਼ਾਂ ਚੋਂ ਬਾਹਰ ਨਿਕਲਣ ਦੀ ਲੋੜ ਹੈ ਕਿ ਇਹਨਾਂ 'ਚ ਇਹ ਜਿਹੜੇ ਨਵੇਂ ਟੈਕਨੀਕਸ ਜਿਹੜੇ ਚਾਈਨੀਜ਼ ਜਾਂ ਹੋਰ ਵੀ ਇਹ ਆ ਰਹੇ ਨੇ, ਇਹਨਾਂ ਦੇ ਵਿੱਚ ਉਹਨਾਂ ਨੂੰ ਮੁਬਾਰਕ, ਲੇਕਿਨ ਸਾਨੂੰ ਜਿਹੜਾ ਹੈਗਾ ਸਾਡੇ ਵਾਸਤੇ ਤਾਂ ਹਰ ਥਾਂ ਸੁਹਾਵੀ ਹੈ। ਬਿਲਕੁਲ, ਦੇਖੋ ਇੱਕੋ ਪੰਕਤੀ ਨੇ ਰੱਦ ਕਰ ਦਿੱਤੀ ਗੱਲ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਚੌਵਾਂ ਦਿਸ਼ਾਵਾਂ 'ਚ ਉਹਦੀ ਤਾਕਤ ਹੈ, ਆਪ ਵਰਤ ਰਿਹਾ ਵੇ, ਸਿਰ ਤੇ ਨੇ ਹੱਥ ਰੱਖਿਆ। ਸਾਡੇ ਲਈ ਸਾਰੀਆਂ ਦਿਸ਼ਾਵਾਂ ਇੱਕੋ ਜਿਹੀਆਂ ਨੇ। ਥਾਂ ਵੀ ਕੋਈ ਪਵਿੱਤਰ, ਕਿਉਂਕਿ ਇਹ 'ਤੇ ਵੀ ਕਾਫੀ ਸਾਰੀ ਚਰਚਾ ਹੁੰਦੀ ਹੈ ਕਿ ਕੋਈ ਥਾਂ ਜਿਹੜੀ ਇਹ ਪਵਿੱਤਰ ਹੈਗੀ ਹੈ। ਖਾਸ ਤੌਰ 'ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਲੈ ਕੇ ਆਉਂਦੇ ਘਰ, ਤਾਂ ਅਸੀਂ ਘਰ ਨੂੰ ਪਵਿੱਤਰ ਕਰਵਾਉਣਾ ਜੀ, ਇਹ ਵੀ ਗੱਲਾਂ ਚੱਲਦੀਆਂ ਨੇ। ਅਸਲ ਜਿੱਥੇ ਗੁਰੂ ਹੈ ਉੱਥੇ ਸਿੱਖ ਨੇ ਜਾ ਕੇ ਗੁਰੂ ਨੂੰ ਨਮਸਕਾਰ ਕਰਨੀ ਹੈ। ਜਿੱਥੇ ਗੁਰੂ ਨਹੀਂ ਉੱਥੇ ਥੋੜੇ ਨਮਸਕਾਰ ਕਰਨੀ ਹੈ। ਹਾਂ, ਜਿੱਥੇ ਪ੍ਰਾਪਤ ਗੁਰੂ ਸਾਹਿਬਾਨ ਜਿਨ੍ਹਾਂ ਨੇ ਚਰਨ ਪਾਏ ਉਹ ਇਤਿਹਾਸਕ ਥਾਵਾਂ ਨੇ ਅਸੀਂ ਦਰਸ਼ਨ ਕਰਦੇ ਹਾਂ ਜੀ। ਪਰ ਜੇ ਅਸੀਂ ਇਹ ਕਹਿ ਦਈਏ ਕਿ ਇਹ ਥਾਂ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਸਾਹਿਬ ਨੂੰ ਲਿਆ ਰਹੇ ਹਾਂ, ਪਵਿੱਤਰ ਕਰਨ ਵਾਸਤੇ ਨਹੀਂ, ਅਸੀਂ ਗੁਰੂ ਦਾ ਉਪਦੇਸ਼ ਸੁਣਨ ਵਾਸਤੇ ਗੁਰੂ ਸਾਹਿਬ ਨੂੰ ਘਰ ਲੈ ਕੇ ਆਏ ਹਾਂ, ਤਾਂ ਕਿ ਗੁਰੂ ਤੋਂ ਉਪਦੇਸ਼ ਸੁਣੀਏ ਕਿ ਇਸ ਘਰ ਵਿੱਚ ਅਸੀਂ ਕਿਵੇਂ ਵਸਣਾ ਹੈ ਤਾਂ ਕਿ ਅਸੀਂ ਸੁਖੀ ਹੋਈਏ। ਫਿਰ ਗੁਰੂ ਗ੍ਰੰਥ ਸਾਹਿਬ ਬੋਲ ਕੇ ਸਾਨੂੰ ਉਪਦੇਸ਼ ਕਰਦੇ ਨੇ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, 8 ਪੈਰ ਸਿਮਰੋ ਤੇ ਸਰਸਨਾ। ਵੀ ਜਿਸ ਘਰ ਵਿੱਚ ਰੱਬ ਦੀ ਕਿਰਪਾ ਨਾਲ ਰਹਿ ਰਿਹਾ ਉਹਦਾ ਸ਼ੁਕਰ ਕਰੀ, ਸ਼ੁਕਰ ਕਰੇਗਾ ਤੇ ਸੁਖੀ ਹੈ, ਨਹੀਂ ਕਰੇਗਾ ਤੇ ਦੁਖੀ ਹੈ। ਜੇ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਵੀ ਚਲੇ ਜਾਂਦੇ ਨੇ, ਸਿੱਖ ਬਾਣੀ ਪੜ੍ਹ ਰਿਹਾ ਤੇ ਸੁਖੀ ਹੈ, ਬਾਣੀ ਨਾਲ ਟੁੱਟ ਗਿਆ ਤੇ ਉਸ ਘਰ 'ਚ ਵੀ ਦੁਖੀ ਹੈ ਉਹ। ਅੱਜ ਇੱਕ ਹੋਰ ਚੀਜ਼ ਜਿਹੜੀ ਬੜੀ ਪ੍ਰਚਲਿਤ ਹੋ ਗਈ ਖਾਸ ਤੌਰ ਉੱਤੇ ਸਾਡੇ ਸਮਾਜ ਦੇ ਵਿੱਚ, ਬਾਬਿਆਡਮ ਜਿਹੜਾ ਵੱਧ ਰਿਹਾ ਹੈ, ਵਰ ਦੇਣੇ ਅਤੇ ਕਿਸੇ ਨੂੰ ਈਵਨ ਇਹ ਕਰੋਗੇ ਤਾਂ ਤੁਹਾਨੂੰ ਇਹ ਮਿਲ ਜਾਏਗਾ, ਇਹ ਨਹੀਂ ਕਰੋਗੇ ਤਾਂ ਉਹ ਨਹੀਂ ਹੋਏਗਾ। ਤੇ ਨਾਲ ਅਸੀਂ ਦੇਖ ਰਹੇ ਹਾਂ ਕਿ ਬਾਬਿਆਂ ਕੋਲ ਜਾ ਕੇ ਵੀ ਲੋਕ ਜਿਹੜੇ ਨੇ ਬੜੇ ਪ੍ਰਭਾਵਿਤ ਹੋ ਜਾਂਦੇ ਨੇ ਕਿ ਜੀ ਇਹ ਜਤੀ ਹੈਗਾ, ਇਸਨੇ ਤਾਂ ਸਾਰੀ ਉਮਰ ਆਪਣੀ ਲਾਤੀ, ਪਰ ਜਦ ਕਿ ਸਿੱਖੀ ਦੇ ਵਿੱਚ ਤੇ ਗ੍ਰਹਿਸਥ ਜੀਵਨ ਉੱਤਮ ਜੀਵਨ ਕਿਹਾ ਗਿਆ ਹੈ। ਇਹ ਚੀਜ਼ਾਂ ਵੀ ਕਾਫੀ ਪ੍ਰਚਲਿਤ ਹੋ ਰਹੀਆਂ ਨੇ। ਸੋ ਇੰਨਾ ਜ਼ਿਆਦਾ ਮਨਮਤ ਇੱਕ ਚੀਜ਼ ਤੋਂ ਬਾਹਰ ਨਿਕਲਦੇ ਨਹੀਂ ਕਿ ਹੋਰ ਸਿਰ ਤੇ ਪੈ ਜਾਂਦੀ ਹੈਗੀ ਹੈ। ਇਹਦਾ ਕੀ ਕਾਰਨ ਤੁਸੀਂ ਸਮਝ ਰਹੇ ਹੋ? ਮੈਂ ਤਾਂ ਇਹਦਾ ਇੱਕ ਕਾਰਨ ਇਹੀ ਸਮਝਦਾ ਹੈਗਾ ਕਿ ਅਸੀਂ ਸੰਸਾਰ ਨੂੰ ਜਦੋਂ ਅਸੀਂ ਜ਼ਿੰਦਗੀ ਜਿਉਂਦੇ ਹਾਂ ਜੀ, ਅਸੀਂ ਬੱਚੇ ਵੱਲ ਧਿਆਨ ਦਿੰਦੇ ਆ ਵੀ ਇਹ ਸਕੂਲੇ ਪੜ੍ਹੇ ਜੀ, ਸਕੂਲ ਪੜ੍ਹੇ, ਅਸੀਂ ਕਹਿੰਦੇ ਵੀ ਇਹਨੂੰ ਮੈਥ ਵੀ ਆਏ, ਇਹਨੂੰ ਸਾਇੰਸ ਵੀ ਆਏ, ਇਹਨੂੰ ਹਿਸਟਰੀ ਵੀ ਆਏ, ਇਹਨੂੰ ਡਰਾਇੰਗ ਵੀ ਆਏ, ਇਹਨੂੰ ਡਰਾਈਵਿੰਗ ਵੀ ਆਏ, ਇਹਨੂੰ ਕੰਪਿਊਟਰ ਵੀ ਆਏ। ਪਰ ਅਸੀਂ ਧਰਮ ਵਾਲਾ ਸਬਜੈਕਟ ਛੱਡ ਦਿੰਦੇ ਆ। ਅਸੀਂ ਧਰਮ ਵਾਲੇ ਪਾਸਿਓਂ ਅਨਪੜ੍ਹ ਰਹਿ ਜਾਂਦੇ ਆ, ਕੋਰੇ ਅਨਪੜ੍ਹ ਰਹਿ ਜਾਂਦੇ ਆ। ਜਿੰਨੀਆਂ ਮਰਜ਼ੀ ਅਸੀਂ ਪੜ੍ਹਾਈਆਂ ਕਰ ਲਈਏ, ਗੁਰੂ ਨੇ ਬਾਣੀ 'ਚ ਕਿਹਾ, ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁਤ ਡੁੱਬੇ ਸਿਆਣੇ। ਪੜ੍ਹੇ ਪੜ੍ਹੇ ਜੱਜ, ਵਕੀਲ, ਇੰਜੀਨੀਅਰ ਮੈਂ ਡੁੱਬਦੇ ਦੇਖੇ ਨੇ, ਡਾਕਟਰ ਪੜ੍ਹੇ ਲਿਖੇ ਜਿਹੜੇ ਪੜ੍ਹ ਕੇ ਆਏ ਨੇ ਵੀ ਇਹ ਇੱਦਾਂ ਮੈਂ, ਇਹ ਇੱਦਾਂ ਮੈਂ, ਉਹ ਵਹਿਮਾਂ ਭਰਮਾਂ 'ਚ ਫਸੇ ਹੋਏ ਨੇ। ਕਿਉਂ? ਕਿਉਂਕਿ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸਟੱਡੀ ਪੜ੍ਹਾਈ ਕਰਨੀ ਛੱਡ ਗਿਆ। ਜੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜ੍ਹਨ ਲੱਗ ਜਾਏ, ਕਿਉਂਕਿ ਅਸੀਂ ਇਹਨੂੰ ਸਿਰਫ ਰਸਮ ਮੰਨ ਲਿਆ ਕਿ ਭਾਈਆਂ ਦਾ ਕੰਮ ਹੈ, ਉਹਨਾਂ ਨੇ ਪੜ੍ਹਨਾ, ਅਸੀਂ ਪੈਸੇ ਦੇ ਦਾਂਗੇ, ਖਰੀਦ ਲਾਂਗੇ ਧਰਮ। ਜੇ ਸੱਚਮੁੱਚ ਪਾਣੀ ਦੀ ਕੈਨੀ ਰੱਖਿਆ ਤੇ ਪੈਸੇ ਦੇ ਕੇ ਖਰੀਦਿਆਂ ਗਿਆਨ ਮਿਲ ਜਾਂਦਾ, ਫਿਰ ਬੱਚਿਆਂ ਨੂੰ ਵੀ ਸਕੂਲ ਭੇਜਣ ਦੀ ਲੋੜ ਨਹੀਂ। ਸਕੂਲ ਵੀ ਕਲਾਸ 'ਚ ਪਾਣੀ ਦੀ ਕੈਨੀ ਰੱਖਣ ਤੇ ਹਫ਼ਤੇ ਬਾਅਦ ਜਾ ਕੇ ਬੱਚੇ ਨੂੰ ਪਿਲਾ ਦੇਣ, ਬੱਚੇ ਪੜ੍ਹ ਲਿਖ ਜਾਣਗੇ। ਨਹੀਂ, ਬੱਚਿਆਂ ਨੂੰ ਅਸੀਂ ਭੇਜਦੇ ਹਾਂ ਵੀ ਤੂੰ ਪੜ੍ਹ, ਪਰ ਗੁਰਬਾਣੀ ਧਰਮ ਅਸੀਂ ਪੜ੍ਹਨ ਦੀ ਲੋੜ ਨਹੀਂ। ਇਹ ਭਾਈਆਂ ਪਾਠੀਆਂ ਗ੍ਰੰਥੀਆਂ ਦਾ ਕੰਮ ਹੈ, ਉਹ ਪੜ੍ਹਨ, ਅਸੀਂ ਪੈਸੇ ਸੁੱਟਾਂਗੇ, ਧਰਮ ਖਰੀਦ ਲਾਂਗੇ। ਨਹੀਂ, ਜਿੰਨਾ ਚਿਰ ਹਰ ਸਿੱਖ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰਕੇ ਵਿਚਾਰਦਾ ਨਹੀਂ ਹੈ, ਉਹਨਾਂ ਚਿਰ ਐਜੂਕੇਟ ਨਹੀਂ ਹੋ ਸਕੇਗਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਹੀ ਵਹਿਮਾਂ ਭਰਮਾਂ ਪਖੰਡਾਂ ਦਾ
ਟੋਟਲ ਨਾਸ਼ ਕਰ ਦਿੰਦੀ ਹੈ। ਬਲਕਿ ਜਦੋਂ ਸੁਚੇਤ ਹੋ ਜਾਂਦਾ ਹੈ, ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ, ਮੈਨੇ ਸੁਚੇਤ ਹੋ ਜਾਂਦਾ ਹੈ। ਤੰਤ ਮੰਤ ਨਹਿ ਜੋ ਹੋਈ ਤਿਤ ਚਾਖ ਨਾ ਲੱਗੈ, ਨਾ ਤੰਤਰ ਮੰਤਰ ਜੰਤਰ ਚੋ ਉਹਨੂੰ ਜੋ ਸਕਦੇ ਨੇ, ਚਾਖ ਮੈਨੇ ਨਜ਼ਰਾਂ ਦੇ ਉੱਤੋਂ ਵੀ ਬਚ ਜਾਂਦਾ ਹੈ, ਭਾਵ ਨਜ਼ਰਾਂ ਦੇ ਭੁਲੇਖਿਆਂ ਵਹਿਮਾਂ 'ਚ ਵੀ ਉਹ ਨਹੀਂ ਪੈਂਦਾ। ਹਰ ਸਿਮਰਤ ਕਿਛ ਚਾਖ ਨਾ ਜੋ ਹੈ, ਹਰ ਸਿਮਰਤ ਦੈਂਤ ਦਿਓ ਨਾ ਪੋ ਹੈ। ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਮਨੁੱਖ ਜਿਹੜਾ ਹੈ ਇਹਨਾਂ ਜੰਤਰਾਂ ਮੰਤਰਾਂ ਤੰਤਰਾਂ 'ਚ ਭਟਕ ਗਿਆ, ਆਪੋ ਤਾਪੀ ਹੋਏ ਕੈ ਕਲਾ ਕਲੇਸ਼ ਬੋ ਵਾਦ ਵਧਾਵੇ, ਫੋਕਟ ਧਰਮੀ ਭਰਮ ਭੁਲਾਵੇ। ਜਿਹੜਾ ਪਖੰਡੀ ਧਰਮੀ ਹੈ ਨਾ, ਉਹ ਭੁਲੇਖਿਆਂ 'ਚ ਪੈਂਦਾ ਹੈ। ਜਿਹੜਾ ਗੁਰਬਾਣੀ ਦੀ ਸਟੱਡੀ ਪੜ੍ਹਾਈ ਕਰਕੇ ਵਿਚਾਰਦਾ ਜੀਵਨ 'ਚ, ਉਹ ਇਹਨਾਂ ਭੁਲੇਖਿਆਂ ਤੋਂ ਬਚ ਜਾਂਦਾ ਹੈ। ਕਿਉਂਕਿ ਗੁਰਬਾਣੀ ਨੇ ਸਾਰਿਆਂ ਹੀ ਵਹਿਮਾਂ ਭਰਮਾਂ ਭੁਲੇਖਿਆਂ ਤੋਂ ਦੂਰ ਕਰਕੇ ਇੱਕ ਗੱਲ ਕਹੀ ਸੀ ਕਿ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਹਾਂ ਤੋਂ ਏਕ ਰਮਈਆ ਲੈ ਹੋ, ਆਨ ਦੇਵ ਬਦਲਾਵਨ ਦੇ ਹੋ। ਤੇ ਜੋ ਵੀ ਰੱਬ ਪ੍ਰਭੂ ਸੁੱਖ ਦੁੱਖ ਜ਼ਿੰਦਗੀ 'ਚ ਦੇ ਰਿਹਾ ਮੈਂ ਉਹਦੀ ਰਜ਼ਾ ਵਿੱਚ ਰਾਜੀ ਹਾਂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ। ਸਹੀ ਗੱਲ ਚੰਗੀ। ਹੁਣ ਇੱਥੇ ਜਿੱਥੇ ਇਹ ਗੱਲ ਕੀਤੀ, ਅੱਜ ਇਹ ਵੀ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ ਕਿ ਪੰਡਿਤ ਵਰਗ ਜਿਹੜਾ ਹੈਗਾ ਉਹ ਸਿੱਖਾਂ ਨੂੰ ਜੀ ਇਹ ਇੰਨਾ ਪਾਠ ਤੁਸੀਂ ਕਰ ਲਓ, ਅਸੀਂ ਜੇਕਰ ਗੱਲਬਾਤ ਕਰੋ ਤਾਂ ਕਹਿੰਦੇ ਜੀ ਅਸੀਂ ਕਿਹੜਾ ਕੁਝ ਗਲਤ ਕਰ ਰਹੇ, ਜਾਂ ਲੋਕਾਂ ਦਾ ਵੀ ਇਹ ਕਹਿਣਾ ਹੁੰਦਾ ਹੈ ਚਲੋ ਜੀ ਪਾਠ ਹੀ ਕਿਹਾ, ਪਾਠ ਹੀ ਕਰ ਰਹੇ ਹਾਂ ਅਸੀਂ। ਇਹ ਵੀ ਇੱਕ ਨਵਾਂ ਕਨਸੈਪਟ ਆ ਗਿਆ ਕਿ ਚਲੋ ਜਿੱਥੇ ਤਾਂ ਮਾਇਕ ਤੌਰ ਦੇ ਉੱਤੇ ਤਾਂ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ 'ਚ ਹੀ ਗੱਲ ਕੀਤੀ ਸੀ ਕਿ ਮਕਸਦ ਤਾਂ ਇਹੀ ਹੈ ਕਿ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਕੇ ਉਹਨਾਂ ਦੀ ਜੇਬ ਵਿੱਚੋਂ ਮਾਇਆ ਕਢਵਾਉਣੀ ਅਤੇ ਉਹਨਾਂ ਦੇ ਲਈ ਪਾਠ ਪੂਜਾ ਕਰਕੇ, ਹਵਨ ਕਰਾ ਕੇ ਜਾਂ ਹੋਰ ਜਿਹੜੇ ਤਰੀਕਿਆਂ ਦੇ ਨਾਲ। ਹੁਣ ਤਾਂ ਸਿੱਖਾਂ ਨੂੰ ਇਹ ਕਿਹਾ ਜਾਂਦਾ ਤੁਸੀਂ ਗੁਰਬਾਣੀ ਦਾ ਪਾਠ ਕਰੋ, ਸੁਖਮਨੀ ਸਾਹਿਬ ਦਾ ਤੁਸੀਂ ਇੰਨਾ ਪਾਠ ਕਰ ਲਓ, ਜਪਜੀ ਸਾਹਿਬ ਦੇ ਤੁਸੀਂ ਇੰਨੇ ਪਾਠ ਕਰ ਲਓ। ਤਾਂ ਇਹ ਜਿਹੜਾ ਇਹ ਵੀ ਚੀਜ਼ ਆ ਗਈ, ਇਹਨੂੰ ਕਿਵੇਂ ਰੋਕਿਆ ਜਾ ਸਕਦਾ? ਹੁਣ ਗੁਰੂ ਸਾਹਿਬ ਤੇ ਬਾਣੀ 'ਚ ਇਹ ਗੱਲ ਕਹਿ ਰਹੇ ਨੇ ਕਿ ਗਾ ਪੜ੍ਹ ਸੁਣ ਤੇ ਸਾਰੇ ਰਹੇ ਨੇ, ਪਰ ਗੱਲ ਤੇ ਕੀ ਹੈ ਵਿੱਚੋਂ? ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੱਲ ਤੇ ਗੁਰੂ ਦੇ ਹੁਕਮਾਂ ਨੂੰ ਮੰਨਣ ਦੀ ਹੈ। ਜਿਹੜਾ ਮੰਨ ਰਿਹਾ ਉਹੀ ਸੱਚਾ ਸਿੱਖ ਪ੍ਰਵਾਨ ਹੋ ਜਾਂਦਾ। ਬਿਲਕੁਲ ਜੀ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਗੁਰੂ ਦੀ ਆਗਿਆ ਨੂੰ ਮੰਨਣਾ ਹੈ, ਲੇਕਿਨ ਨਾਲ ਅੱਜ ਕਰਾਮਾਤਾਂ ਜਿਹੜੀਆਂ ਹੈਗੀਆਂ ਨੇ ਇਹਦੇ ਬਾਰੇ ਵੀ ਬਹੁਤ ਜ਼ਿਕਰ ਹੁੰਦਾ ਹੈ ਕਿ ਜੀ ਉਹ ਬਾਬੇ ਕੋਲ ਇਹ ਕਰਾਮਾਤ ਹੈਗੀ ਹੈ, ਇਹ ਵਰਦਾਨ ਤੁਹਾਨੂੰ ਮਿਲ ਜਾਏਗਾ। ਇਹਦੇ ਬਾਰੇ ਅਸੀਂ ਅਗਲੇ ਐਪੀਸੋਡ ਵਿੱਚ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਨੇ ਅੱਜ ਜਿਹੜਾ ਅਸੀਂ ਸੈਕੰਡ ਐਪੀਸੋਡ ਕੀਤਾ, ਅੱਜ ਉਸ ਦੇ ਵਿੱਚ ਇਹ ਜਿਹੜੇ ਵਹਿਮ ਭਰਮਾਂ 'ਚ ਅਸੀਂ ਫਸਦੇ ਜਾ ਰਹੇ ਹਾਂ ਤੇ ਕਿਸ ਤਰੀਕੇ ਨਾਲ ਚਲਾਕ ਵਿਅਕਤੀ ਜਿਹੜੇ ਸਾਨੂੰ ਫਸਾਉਂਦੇ ਜਾ ਰਹੇ ਨੇ ਉਸ ਦੇ ਬਾਰੇ ਜ਼ਿਕਰ ਕੀਤਾ ਹੈ। ਗੁਰਬਾਣੀ ਦਾ ਸਿਧਾਂਤ ਤਾਂ ਬਿਲਕੁਲ ਇੱਕ ਸਪਸ਼ਟ ਤੌਰ ਦੇ ਉੱਤੇ ਇਹ ਨਿਰਣੇ ਹੈ ਕਿ ਸਾਨੂੰ ਇਹਨਾਂ ਚੀਜ਼ਾਂ 'ਚੋਂ ਬਾਹਰ ਕੱਢਿਆ, ਪਰ ਅੱਜ ਅਸੀਂ ਉਸ ਦੇ ਫਸਦੇ ਜਾ ਰਹੇ ਹਾਂ। ਆਓ ਥੋੜ੍ਹਾ ਸਮਾਂ ਕੱਢੀਏ, ਇਹਨਾਂ ਚੀਜ਼ਾਂ ਵੱਲ ਧਿਆਨ ਦੇ ਕੇ ਇਹਨਾਂ 'ਚੋਂ ਬਾਹਰ ਨਿਕਲ ਕੇ ਗੁਰੂ ਦੇ ਸਿਧਾਂਤ ਨਾਲ ਜੁੜੀਏ, ਗੁਰੂ ਨੇ ਜੋ ਕਿਹਾ ਉਸ ਨੂੰ ਅਪਣਾਈਏ ਤੇ ਉਸ 'ਤੇ ਤੁਰਨਾ ਸੁਰੀਏ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ ਜੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਫੀਡਬੈਕ ਲਈ ਸਾਡੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ ਤੇ ਉਸ ਦੇ ਨਾਲ ਹੀ ਧੰਨਵਾਦੀ ਆਪਣੇ ਸਪਾਂਸਰਸ ਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਜੇਕਰ ਤੁਸੀਂ ਵੀ ਪ੍ਰੋਗਰਾਮ ਵਿੱਚ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਸਾਡੀ ਸੇਲਸ ਟੀਮ ਨਾਲ ਜ਼ਰੂਰ ਸੰਪਰਕ ਕਰੋ। 604 202 3040। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।